ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨ ਪੂਜਨ ਤੁਧ। ਬਾਬਾ ਫਰੀਦ ਜੀ ਨੇ ਕਹਾ ਕਿ ਇਹ ਚੀਜ਼ਾਂ ਭਾਵੇਂ ਬਹੁਤ ਹੀ ਸਵਾਦ ਹਨ, ਪਰ ਇਹ ਖੁਦਾ ਨੂੰ ਨਹੀਂ ਮਿਲਾ ਸਕਦੀਆਂ। ਜਿਸ ਮਕਸਦ ਵਿੱਚ ਮੈਂ ਦੁਨੀਆ ਵਿੱਚ ਆਇਆ ਹਾਂ, ਜਿਸ ਮਕਸਦ ਵਿੱਚ ਮੈਨੂੰ ਪਰਮਾਤਮਾ ਨੇ ਭੇਜਿਆ ਹੈ, ਕਿਤੇ ਮੈਂ ਉਹ ਮਕਸਦ ਭੁੱਲ ਹੀ ਨਾ ਬੈਠਾਂ। ਬਾਬਾ ਫਰੀਦ ਜੀ ਆਪਣਾ ਘਰ-ਬਾਰ ਛੱਡ ਕੇ ਜੰਗਲ ਦੇ ਵਿੱਚ ਜਾ ਬੈਠੇ। ਉੱਥੇ ਉਹਨਾਂ ਨੇ 12 ਸਾਲ ਤਪੱਸਿਆ ਕਰਦੇ ਰਹੇ। ਨੁਕਰਾ ਸੀ, ਗੁਰੂ ਕੋਈ ਧਾਰਨਾ ਨਹੀਂ ਕੀਤੀ ਸੀ, ਪਰ 12 ਸਾਲ ਦੀ ਤਪੱਸਿਆ ਨਾਲ ਰਿੱਧੀਆਂ ਸਿੱਧੀਆਂ ਹਾਸਲ ਕਰ ਲਈਆਂ ਸਨ। ਇੱਕ ਦਿਨ ਅਭਿਆਸ ਕਰਨ ਲਈ ਉਹ ਜੰਗਲ ਦੇ ਦਰਖਤ ਹੇਠਾਂ ਬੈਠ ਗਏ। ਉੱਥੇ ਚਿੜੀਆਂ ਨੇ ਚਿੜ-ਚਿੜ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਚਿੜੀਆਂ ਮੇਰੀ ਭਗਤੀ ਨੂੰ ਭੰਗ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਚਿੜੀਓ ਮਰ ਜਾਓ, ਤਾਂ ਚਿੜੀਆਂ ਉਸੇ ਹੀ ਟਾਈਮ ਮਰ ਗਈਆਂ। ਬਾਬਾ ਫਰੀਦ ਜੀ ਦਾ ਦਿਲ ਬੜਾ ਕੋਮਲ ਸੀ। ਉਹਨਾਂ ਨੇ ਕਿਹਾ ਕਿ ਮੇਰੇ ਕੋਲੋਂ ਇਹ ਕੀ ਹੋ ਗਿਆ। ਫਿਰ ਉਹਨਾਂ ਨੇ ਕਿਹਾ ਕਿ ਚਿੜੀਓ ਉੱਡ ਜਾਓ, ਤਾਂ ਚਿੜੀਆਂ ਉਸੇ ਹੀ ਟਾਈਮ ਉੱਡ ਗਈਆਂ। ਬਾਬਾ ਫਰੀਦ ਜੀ ਦੇ ਮਨ ਵਿੱਚ ਹੰਕਾਰ ਆ ਗਿਆ ਕਿ ਹੁਣ ਮੈਂ ਖੁਦਾ ਬਣ ਗਿਆ ਹਾਂ, ਹੁਣ ਮੈਂ ਰੱਬ ਬਣ ਗਿਆ ਹਾਂ। ਜਦ ਜੀ ਚਾਹੇ ਮੈਂ ਚਿੜੀਆਂ ਮਾਰ ਸਕਦਾ ਹਾਂ, ਜਦ ਜੀ ਚਾਹੇ ਮੈਂ ਚਿੜੀਆਂ ਜਿਉਂਦਾ ਕਰ ਸਕਦਾ ਹਾਂ। ਹੁਣ ਮੈਨੂੰ ਕਿਸੇ ਦੀ ਲੋੜ ਨਹੀਂ, ਹੁਣ ਮੈਂ ਖੁਦਾ ਬਣ ਗਿਆ ਹਾਂ। ਬਾਬਾ ਫਰੀਦ ਜੀ ਆਪਣੇ ਘਰ ਨੂੰ ਵਾਪਸ ਚੱਲ ਪਏ। ਰਸਤੇ ਦੇ ਵਿੱਚ ਉਹਨਾਂ ਨੂੰ ਬਹੁਤ ਪਿਆਸ ਲੱਗੀ। ਉਹ ਇੱਕ ਖੂਹ ਦੇ ਕੋਲ ਪਹੁੰਚੇ। ਉਸ ਖੂਹ ਦੇ ਕੋਲ ਉਹਨਾਂ ਨੇ ਦੇਖਿਆ ਕਿ ਇੱਕ ਲੜਕੀ ਪਾਣੀ ਭਰਦੀ ਸੀ, ਡੋਲ ਦਿੰਦੀ ਸੀ, ਭਰਦੀ ਸੀ, ਡੋਲ ਦਿੰਦੀ ਸੀ। ਤਾਂ ਬਾਬਾ ਫਰੀਦ ਜੀ ਨੇ ਉਸ ਲੜਕੀ ਨੂੰ ਕਿਹਾ ਕਿ ਬੇਟਾ ਮੈਨੂੰ ਪਾਣੀ ਪਿਲਾ ਦੇ। ਤਾਂ ਉਸ ਲੜਕੀ ਨੇ ਬਾਬਾ ਫਰੀਦ ਜੀ ਦੀ ਇੱਕ ਵੀ ਨਹੀਂ ਸੁਣੀ। ਪਾਣੀ ਭਰਦੀ ਗਈ, ਡੋਲਦੀ ਗਈ, ਪਾਣੀ ਭਰਦੀ ਗਈ, ਡੋਲਦੀ ਗਈ। ਜਦ ਉਸ ਨੇ ਬਹੁਤ ਸਾਰੇ ਬਰਤਨ ਪਾਣੀ ਦੇ ਡੋਲ ਦਿੱਤੇ, ਤਾਂ ਫਿਰ ਬਾਬਾ ਜੀ ਨੂੰ ਕਿਹਾ ਕਿ ਨੇੜੇ ਹੋ ਕੇ ਪਾਣੀ ਪੀ ਲੈ। ਬਾਬਾ ਫਰੀਦ ਜੀ ਨੇ ਉਸ ਲੜਕੀ ਨੂੰ ਪੁੱਛਿਆ ਕਿ ਬੇਟਾ ਤੂੰ ਪਾਣੀ ਭਰਦੀ ਹੈ, ਡੋਲ ਦਿੰਦੀ ਹੈ। ਤਾਂ ਉਸ ਲੜਕੀ ਨੇ ਕਿਹਾ ਕਿ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਹੋਈ ਹੈ, ਮੈਂ ਉਸ ਨੂੰ ਬੁਝਾ ਰਹੀ ਹਾਂ। ਤਾਂ ਬਾਬਾ ਫਰੀਦ ਜੀ ਨੇ ਕਿਹਾ ਕਿ ਤੇਰਾ ਪਾਣੀ ਇੰਨੀ ਦੂਰ ਤੱਕ ਕਿਵੇਂ ਜਾ ਰਿਹਾ ਹੈ। ਤਾਂ ਉਸ ਲੜਕੀ ਨੇ ਕਿਹਾ ਕਿ ਮੈਂ ਆਪਣੇ ਮੁਰਸ਼ਦ ਵਾਲੀ ਹਾਂ, ਮੈਂ ਨੁਕਰੀ ਨਹੀਂ ਹਾਂ, ਮੈਂ ਆਪਣੇ ਗੁਰੂ ਦਾ ਸਰੂਪ ਧਿਆਨ ਕਰਕੇ ਪਾਣੀ ਡੋਲ ਰਹੀ ਹਾਂ। ਤਾਂ ਬਾਬਾ ਫਰੀਦ ਜੀ ਨੇ ਉਸ ਲੜਕੀ ਨੂੰ ਉਸ ਦੇ ਗੁਰੂ ਬਾਰੇ ਪੁੱਛਿਆ ਕਿ ਤੇਰਾ ਗੁਰੂ ਕੌਣ ਹੈ। ਤਾਂ ਉਸ ਲੜਕੀ ਨੇ ਬਾਬਾ ਫਰੀਦ ਜੀ ਨੂੰ ਕਿਹਾ ਕਿ ਮੇਰਾ ਗੁਰੂ ਕਿਸ਼ਤੀ ਭਗਵਾਨ ਹੈ। ਬਾਬਾ ਫਰੀਦ ਜੀ ਆਪਣੇ ਘਰ ਪਹੁੰਚ ਗਏ। ਉਹ ਆਪਣੀ ਮਾਤਾ ਜੀ ਨੂੰ ਮਿਲੇ। ਮਾਤਾ ਜੀ ਨੇ ਉਸ ਨੂੰ ਆਪਣੇ ਕੋਲ ਬਿਠਾ ਲਿਆ। ਉਹਨਾਂ ਦਾ ਸਿਰ ਵੇਖਿਆ ਤਾਂ ਉਹਨਾਂ ਦੇ ਜਟਾਂ ਹੋ ਗਈਆਂ ਸਨ। ਉਹਨਾਂ ਦੀ ਮਾਤਾ ਜੀ ਨੇ ਪੁੱਛਿਆ ਕਿ ਜਦ ਤੈਨੂੰ ਭੁੱਖ ਲੱਗਦੀ ਸੀ ਕੀ ਖਾਂਦਾ ਸੀ। ਤਾਂ ਬਾਬਾ ਫਰੀਦ ਜੀ ਨੇ ਕਿਹਾ ਕਿ ਮੈਂ ਜੰਗਲ ਦੇ ਪੱਤੇ ਤੋੜ ਲਿਆ ਕਰਦਾ ਸੀ। ਤਾਂ ਉਹਨਾਂ ਦੀ ਮਾਤਾ ਜੀ ਨੇ ਕਿਹਾ ਕਿ ਉਹਨਾਂ ਨੂੰ ਦੁੱਖ ਨਹੀਂ ਲੱਗਦਾ ਸੀ, ਜਦ ਮੈਂ ਤੇਰੇ ਵਾਲ ਖਿੱਚੇ ਤਾਂ ਤੈਨੂੰ ਦਰਦ ਹੋਇਆ। ਬਾਬਾ ਫਰੀਦ ਜੀ ਅਗਲੇ ਦਿਨ ਮੁਰਸ਼ਦ ਦੀ ਭਾਲ ਵਿੱਚ ਅਜਮੇਰ ਵੱਲ ਨੂੰ ਚੱਲ ਪਏ। ਉਹਨਾਂ ਨੇ ਆਪਣੇ ਪੇਟ ਦੇ ਨਾਲ ਕਾਠ ਦੀ ਰੋਟੀ ਬੰਨ੍ਹ ਲਈ। ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਨੇ ਖਾਧੀ ਚੌਪੜੀ ਘਣੇ ਸਹਿਣਗੇ ਦੁੱਖ। ਬਾਬਾ ਫਰੀਦ ਜੀ ਅਜਮੇਰ ਵੱਲ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਇੱਕ ਘਰ ਆਇਆ। ਉਸ ਘਰੋਂ ਇੱਕ ਮਾਤਾ ਜੀ ਨੇ ਪੁੱਛਿਆ ਕਿ ਤੁਸੀਂ ਕਿੱਧਰ ਜਾ ਰਹੇ ਹੋ। ਤਾਂ ਬਾਬਾ ਫਰੀਦ ਜੀ ਨੇ ਕਿਹਾ ਕਿ ਮੈਂ ਅਜਮੇਰ ਵੱਲ ਜਾ ਰਿਹਾ ਹਾਂ। ਮਾਤਾ ਜੀ ਨੇ ਕਿਹਾ ਕਿ ਦੂਰ ਤੋਂ ਆਇਆ ਹੈ, ਤੈਨੂੰ ਭੁੱਖ ਲੱਗੀ ਹੋਣੀ ਹੈ, ਰੋਟੀ ਖਾ ਕੇ ਚਲਾ ਜਾਈਂ। ਤਾਂ ਬਾਬਾ ਫਰੀਦ ਜੀ ਨੇ ਕਿਹਾ ਕਿ ਮੈਂ ਘਰੋਂ ਖਾ ਕੇ ਹੀ ਆਇਆ ਹਾਂ। ਤਾਂ ਮਾਤਾ ਜੀ ਨੇ ਕਿਹਾ ਕਿ ਪੱਲੇ ਬੰਨ੍ਹ ਲਓ। ਤਾਂ ਉਸ ਨੇ ਕਿਹਾ ਕਿ ਮੈਂ ਪੱਲੇ ਵੀ ਬੰਨ੍ਹੀ ਹੋਈ ਹੈ। ਤਾਂ ਮਾਤਾ ਜੀ ਨੇ ਕਿਹਾ ਕਿ ਇੱਕ ਫਕੀਰ ਸੁਣਿਆ ਹੈ, ਉਹ ਇਹੀ ਕਹੀ ਜਾ ਰਿਹਾ ਹੈ ਕਿ ਮੈਂ ਘਰੋਂ ਖਾ ਕੇ ਆਇਆ ਹਾਂ ਤੇ ਪੱਲੇ ਵੀ ਬੰਨ੍ਹੀ ਹੋਈ ਹੈ। ਸੁਣਿਆ ਹੈ ਉਸਨੇ ਆਪਣੇ ਪੇਟ ਦੇ ਨਾਲ ਕਾਠ ਦੀ ਰੋਟੀ ਬੰਨ੍ਹੀ ਹੋਈ ਹੈ। ਤਾਂ ਬਾਬਾ ਫਰੀਦ ਜੀ ਨੇ ਉਹ ਆਪਣੇ ਪੇਟ ਦੇ ਨਾਲੋਂ ਕਾਠ ਦੀ ਰੋਟੀ ਵੀ ਲਾ ਕੇ ਸੁੱਟ ਦਿੱਤੀ। ਉਹਨਾਂ ਨੇ ਕਿਹਾ ਕਿ ਹੁਣ ਇਸ ਦਾ ਵੀ ਕੋਈ ਫਾਇਦਾ ਨਹੀਂ। ਬਾਬਾ ਫਰੀਦ ਜੀ ਅਜਮੇਰ ਪਹੁੰਚ ਗਏ, ਆਪਣੇ ਮੁਰਸ਼ਦ ਦੇ ਚਰਨਾਂ ਵਿੱਚ ਜਾ ਡਿੱਗੇ ਤੇ ਰੋਣ ਲੱਗ ਪਏ। ਕਿਸ਼ਤੀ ਭਗਵਾਨ ਨੇ ਉਹਨਾਂ ਨੂੰ ਪੁੱਛਿਆ ਕਿ ਤੈਨੂੰ ਕੀ ਹੋਇਆ ਹੈ। ਤਾਂ ਬਾਬਾ ਫਰੀਦ ਜੀ ਉੱਚੀ ਉੱਚੀ ਰੋਣ ਲੱਗ ਪਏ। ਤਾਂ ਉਹਨਾਂ ਨੂੰ ਕਿਹਾ ਕਿ ਮੈਨੂੰ ਬਖਸ਼ ਲਓ, ਆਪਣੇ ਚਰਨਾਂ ਦੇ ਨਾਲ ਲਾ ਲਓ। ਬਾਬਾ ਫਰੀਦ ਜੀ ਸਵੇਰੇ ਉੱਠਦੇ ਸੀ ਤੇ ਆਪਣੇ ਮੁਰਸ਼ਦ ਵਾਸਤੇ ਪਾਣੀ ਗਰਮ ਕਰਦੇ ਸਨ ਤੇ ਉਹਨਾਂ ਨੂੰ ਇਸ਼ਨਾਨ ਕਰਾਉਂਦੇ ਸਨ। ਇੱਕ ਦਿਨ ਅਜਿਹਾ ਹੋਇਆ, ਬਹੁਤ ਹੀ ਮੀਂਹ ਤੇ ਹਨੇਰੀ ਆਈ, ਤਾਂ ਜੋ ਉਹ ਚੁੱਲ੍ਹੇ ਦੇ ਵਿੱਚ ਰਾਤ ਨੂੰ ਅੱਗ ਸਾਂਭ ਕੇ ਰੱਖਦੇ ਸਨ, ਉਹ ਸਾਰੀ ਬੁਝ ਗਈ।
ਤਾਂ ਬਾਬਾ ਫਰੀਦ ਜੀ ਸਵੇਰੇ ਉੱਠੇ, ਉਹਨਾਂ ਨੇ ਪਾਣੀ ਗਰਮ ਕਰਨ ਲੱਗੇ ਸੀ ਤਾਂ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਮਿਲੀ। ਤਾਂ ਬਾਬਾ ਫਰੀਦ ਜੀ ਇੱਧਰ ਉੱਧਰ ਦੇਖਿਆ, ਕਿਸੇ ਪਾਸੋਂ ਅੱਗ ਦੀ ਕੋਈ ਆਸ ਨਹੀਂ ਹੋਈ। ਇੱਕ ਵੇਸਵਾ ਦੇ ਘਰ ਦੀਵਾ ਜਗਦਾ ਦਿਖਾਈ ਦਿੱਤਾ ਤਾਂ ਬਾਬਾ ਜੀ ਬਰਤਨ ਲੈ ਕੇ ਉਸ ਵੇਸਵਾ ਦੇ ਬੂਹੇ ਨੂੰ ਖਟਖਟਾਇਆ ਤੇ ਕਹਾ, ਮਾਤਾ ਜੀ। ਤਾਂ ਉਹ ਵੇਸਵਾ ਨੇ ਆਪਣੀ ਨੌਕਰਾਣੀ ਨੂੰ ਕਹਾ ਕਿ ਅੱਜ ਤੱਕ ਤਾਂ ਇੱਥੇ ਕਿਸੇ ਨੇ ਆ ਕੇ ਮਾਤਾ ਕਹਾ ਨਹੀਂ, ਜਾ ਕੇ ਦੇਖੋ ਕੌਣ ਹੈ। ਤਾਂ ਉਸ ਦੀ ਨੌਕਰਾਣੀ ਨੇ ਉਸਨੇ ਦੇਖਿਆ ਕਿ ਇੱਕ ਬਹੁਤ ਹੀ ਸੁਨੱਖਾ ਜਿਹਾ ਨੌਜਵਾਨ ਹੈ। ਤਾਂ ਵੇਸਵਾ ਨੇ ਕਹਾ ਕਿ ਤੂੰ ਕੀ ਲੈਣ ਆਇਆ ਹੈ। ਤਾਂ ਬਾਬਾ ਜੀ ਨੇ ਕਹਾ ਕਿ ਮੈਨੂੰ ਅੱਗ ਚਾਹੀਦੀ ਹੈ। ਤਾਂ ਵੇਸਵਾ ਨੇ ਕਹਾ ਕਿ ਅੱਗ ਦੀ ਕੀਮਤ ਅੱਖ। ਉਸੇ ਟਾਈਮ ਆਪਣੀ ਅੱਖ ਦੇ ਵਿੱਚ ਉਂਗਲੀ ਪਾਈ ਤੇ ਉਸਦੇ ਹੱਥ ਵਿੱਚ ਅੱਖ ਰੱਖਤੀ ਤਾਂ ਉਹ ਵੇਸਵਾ ਥਰਥਰਾ ਕੇ ਕੰਬ ਉੱਠੀ। ਉਸਨੇ ਕਹਾ ਕਿ ਆਪਣੇ ਮੁਰਸ਼ਦ ਦੇ ਲਈ ਇੰਨੀ ਵੱਡੀ ਕੁਰਬਾਨੀ। ਤਾਂ ਉਹ ਅੱਗ ਲੈ ਕੇ ਆ ਗਿਆ ਤੇ ਆ ਕੇ ਅੱਗ ਜਲਾਈ, ਪਾਣੀ ਗਰਮ ਕੀਤਾ ਤੇ ਬਾਬਾ ਫਰੀਦ ਜੀ ਆਪਣੇ ਮੁਰਸ਼ਦ ਨੂੰ ਇਸ਼ਨਾਨ ਕਰਾਉਣ ਲੱਗੇ। ਤਾਂ ਉਹਨਾਂ ਦੇ ਮੁਰਸ਼ਦ ਨੇ ਬਾਬਾ ਫਰੀਦ ਜੀ ਨੂੰ ਪੁੱਛਿਆ ਕਿ ਅੱਖ ਕਿਉਂ ਬੰਨੀ ਹੋਈ ਹੈ। ਤਾਂ ਬਾਬਾ ਫਰੀਦ ਜੀ ਨੇ ਕਹਾ ਕਿ ਅੱਖ ਆਈ ਹੋਈ ਹੈ। ਤਾਂ ਉਸ ਦੇ ਮੁਰਸ਼ਦ ਨੇ ਕਹਾ ਕਿ ਅੱਖ ਆਈ ਹੋਈ ਹੈ ਤੇ ਇਸ ਨੂੰ ਖੋਲ੍ਹ ਦੇ, ਬੰਨੀ ਕਿਉਂ ਹੈ। ਤਾਂ ਬਾਬਾ ਫਰੀਦ ਜੀ ਨੇ ਉਸੇ ਟਾਈਮ ਹੀ ਪੱਟੀ ਖੋਲ੍ਹ ਦਿੱਤੀ ਤੇ ਅੱਖ ਉਸੇ ਤਰ੍ਹਾਂ 9 ਬਰ 9 ਉਸਦੇ ਆ ਗਈ। ਬਾਬਾ ਫਰੀਦ ਜੀ ਆਪਣੇ ਆਪ ਨੂੰ ਕਹਿੰਦੇ ਹਨ ਕਿ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਵਹਿ, ਸਿਰ ਨੀਵਾ ਕਰ ਦੇਖ। ਬਾਬਾ ਫਰੀਦ ਜੀ ਆਪਣੇ ਆਪ ਨੂੰ ਕਹਿੰਦੇ ਹਨ ਕਿ ਜੇ ਤੂੰ ਅਕਲ ਵਾਲਾ ਹੈ, ਆਪਣੇ ਅੰਦਰ ਦੇ ਵਿੱਚ ਨਜ਼ਰ ਮਾਰ ਕੇ ਦੇਖ, ਤੂੰ ਕਿੰਨੇ ਕੁ ਮਾੜੇ ਕਰਮ ਕੀਤੇ ਹੈ, ਕਿੰਨੇ ਕੁ ਜ਼ੁਲਮ ਕੀਤੇ ਹਨ। ਅਨੇਕਾਂ ਹੀ ਜ਼ੁਲਮ ਬੰਦਾ ਕਰਦਾ ਆ ਰਿਹਾ ਹੈ ਪਰ ਉਹ ਮੰਨਣ ਨੂੰ ਤਿਆਰ ਹੀ ਨਹੀਂ ਹੁੰਦਾ। ਜੇ ਕਿਸੇ ਬੰਦੇ ਦੇ ਘਰੇ ਜਾ ਕੇ ਉਸ ਨੂੰ ਪੁੱਛੀਏ ਕਿ ਤੂੰ ਬੜਾ ਬਿਮਾਰ ਹੈ, ਕੀ ਗੱਲ ਹੈ, ਉਹ ਇਹੀ ਕਹਿੰਦਾ ਹੈ ਕਿ ਇਸ ਜਨਮ ਦੇ ਵਿੱਚ ਤਾਂ ਕੋਈ ਮਾੜਾ ਕਰਮ ਕੀਤਾ ਨਹੀਂ, ਪਤਾ ਨਹੀਂ ਕੀ ਗੱਲ ਹੈ। ਬੰਦਾ ਰੋਜ਼ ਕੋਈ ਨਾ ਕੋਈ ਬੁਰਾ ਕਰਮ ਕਰਦਾ ਆ ਰਿਹਾ ਹੈ ਪਰ ਉਹ ਆਪਣੇ ਆਪ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੁੰਦਾ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰੋ ਜੀ।